Hello students, my name is Kuljeet Kaur. I am lecturer biology in Government Girls Senior Secondary School Kurali, District Assistant. Students, we are doing chapter 6, that is molecular basis of inheritance. Today we are going to study the next topic, that is DNA fingerprinting. So let's start. Students, let's continue the next topic, that is DNA fingerprinting. DNA fingerprinting is a very interesting topic students. Students, ਆਪਾਂ ਸਾਰੇ ਫਿੰਗਰਪ੍ਰਿੰਟਸ ਬਾਰੇ ਜਾਣਦੇ ਹੈਗੇ ਆ। ਫਿੰਗਰਪ੍ਰਿੰਟਸ ਕੀ ਹੁੰਦੇ ਆ? ਸਾਡੇ ਜੋ ਫਿੰਗਰ ਦੇ ਉੱਪਰ ਇੰਪ੍ਰੈਸ਼ਨ ਬਣੇ ਹੋਏ ਆ, ਜੋ ਲਾਈਨਸ ਬਣੇ ਹੋਏ ਆ, ਉਹ ਸਾਡੇ ਫਿੰਗਰਪ੍ਰਿੰਟਸ ਨੇ। ਕੋਈ ਵੀ ਪਰਸਨ ਜੋ ਇਲਿਟਰੇਟ ਹੈ, ਸਾਈਨ ਨਹੀਂ ਕਰ ਸਕਦਾ, ਤਾਂ ਆਪਾਂ ਦੇਖਦੇ ਹਾਂ ਕਿ ਉਹ ਕੀ ਕਰਦਾ ਹੈ, ਆਪਣਾ ਇੱਕ ਥੰਬ ਇੰਪ੍ਰੈਸ਼ਨ ਦੇ ਦਿੰਦਾ ਹੈ। ਸੋ ਦੈਟ ਥੰਬ ਇੰਪ੍ਰੈਸ਼ਨ ਜੋ ਹੈ ਇਟ ਇਜ਼ ਯੂਜ਼ਡ ਫॉर ਦੀ ਆਈਡੈਂਟੀਫਿਕੇਸ਼ਨ ਪਰਪਸ ਲਈ ਆਪਾਂ ਉਹਨੂੰ ਯੂਜ਼ ਕਰਦੇ ਹਾਂ। ਤਾਂ ਆਪਾਂ ਇਹ ਵੀ ਆਪਾਂ ਦੇਖਦੇ ਹਾਂ ਕਿ ਜਦੋਂ ਸਪੋਜ਼ ਕਿਸੇ ਵੀ ਜਗ੍ਹਾ 'ਤੇ ਕੋਈ ਕ੍ਰਾਈਮ ਹੋ ਜਾਂਦਾ ਹੈ, ਸਪੋਜ਼ ਕਿਸੇ ਦਾ ਕੋਈ ਮਰਡਰ ਹੋ ਗਿਆ, ਅਤੇ ਜਦੋਂ ਕੋਈ ਪੁਲਿਸ ਆਉਂਦੀ ਹੈ ਉੱਥੇ ਇਨਵੈਸਟੀਗੇਸ਼ਨ ਕਰਨ ਵਾਸਤੇ, ਤਾਂ ਉਸ ਸਾਈਡ 'ਤੇ ਜੋ ਵੀ ਕੁਛ ਉਹਨਾਂ ਨੂੰ ਸਮਾਨ ਮਿਲਦਾ ਹੈ, ਵਿਕਟਿਮ ਦੇ ਨੇੜੇ ਕਈ ਵਾਰ ਕੋਈ ਪੈਨ ਪਿਆ ਹੁੰਦਾ ਹੈ, ਕੋਈ ਗਲਾਸ ਹੁੰਦਾ ਹੈ, ਜਾਂ ਕੋਈ ਕੱਪੜਾ ਪਿਆ ਹੈ, ਅਤੇ ਉਸ ਨੂੰ ਉਹ ਕਲੈਕਟ ਕਰ ਲੈਂਦੇ ਨੇ। ਬਿਕੋਜ਼ ਉਸ ਦੇ ਉੱਪਰ ਕੀ ਹੁੰਦਾ, ਉਸ ਦੇ ਉੱਪਰ ਕਈ ਵਾਰ ਫਿੰਗਰਪ੍ਰਿੰਟਸ ਹੁੰਦੇ ਨੇ, ਜਿਸ ਦੇ ਨਾਲ ਅਸੀਂ ਜਿਹੜਾ ਕ੍ਰਿਮੀਨਲ ਹੈ ਉਸ ਨੂੰ ਪਕੜ ਸਕਦੇ ਹਾਂ। ਠੀਕ ਹੈ, ਸੋ ਪੁਲਿਸ ਜਿਹੜੀ ਹੈ ਜਾਂ CBI ਜੋ ਹੈ ਉਸ ਨੂੰ ਇਸ ਦੇ ਨਾਲ ਕਾਫੀ ਹੈਲਪ ਮਿਲਦੀ ਹੈ। ਸੋ ਇਹ ਜਿਹੜਾ ਇੱਕ ਮੈਥਡ ਹੈ, ਇਹ ਬੜਾ ਪੁਰਾਣਾ ਔਰ ਕਨਵੈਨਸ਼ਨਲ ਮੈਥਡ ਹੈ ਬੱਚੇ। ਇਸ ਦੇ ਨਾਲ ਕਈ ਵਾਰੀ ਜਿਹੜੇ ਆਪਾਂ ਕ੍ਰਾਈਮਸ ਨੇ ਉਹਨਾਂ ਨੂੰ ਸੋਲਵ ਨਹੀਂ ਕਰ ਪਾਉਂਦੇ, ਜਾਂ ਆਪਾਂ ਕ੍ਰਿਮੀਨਲਸ ਜਿਹੜੇ ਨੇ ਉਹਨਾਂ ਨੂੰ ਪਕੜ ਨਹੀਂ ਪਾਉਂਦੇ, ਕਿਉਂਕਿ ਕਈ ਵਾਰੀ ਲੋਕ ਇੰਨੇ ਸਮਾਰਟ ਹੁੰਦੇ ਨੇ ਕਿ ਉਹ ਕਿਸੇ ਵੀ ਕੋਈ ਆਪਣੀ ਫਿੰਗਰ 'ਤੇ ਕੋਈ ਇੰਜਰੀ ਕਰਕੇ ਜਿਹੜੇ ਉਹਦੇ ਇੰਪ੍ਰੈਸ਼ਨਸ ਨੇ ਉਸ ਨੂੰ ਮਿਟਾ ਦਿੰਦੇ ਹੈ, ਜਾਂ ਕਈ ਵਾਰੀ ਕੋਈ ਸਰਜਰੀ ਕਰਵਾ ਲਈ ਕਿ ਜਿਸ ਦੇ ਨਾਲ ਉਹਨਾਂ ਦੇ ਜਿਹੜੇ ਫਿੰਗਰਪ੍ਰਿੰਟਸ ਨੇ ਜਾਂ ਫਿੰਗਰ ਦੇ ਉੱਪਰ ਜੋ ਇੰਪ੍ਰੈਸ਼ਨਸ ਨੇ ਉਹ ਖਤਮ ਹੋ ਜਾਂਦੇ ਹੈ। ਸੋ ਇਹ ਜਿਹੜਾ ਮੈਥਡ ਹੈ ਇਹ ਇੰਨਾ ਸਕਸੈਸਫੁਲ ਨਹੀਂ ਹੈ। ਅਗਰ ਆਪਾਂ ਅੱਜ ਦੀ ਡੇਟ ਵਿੱਚ ਸੋਚੀਏ ਕਿ ਆਪਾਂ ਕੋਈ ਕ੍ਰਾਈਮ ਹੋਇਆ ਕਿਤੇ, ਕਿਸੇ ਵੀ ਚੀਜ਼ ਨੂੰ ਆਪਾਂ ਸੋਲਵ ਕਰਨਾ ਹੈ, ਸੋ ਇਹ ਕਨਵੈਨਸ਼ਨਲ ਮੈਥਡ ਸੀਗੇ। ਸੋ ਅੱਜ ਕੱਲ੍ਹ ਬੱਚੇ ਨਿਊ ਮੈਥਡ ਯੂਜ਼ ਹੋ ਰਹੇ ਨੇ, ਜਿਸ ਨੂੰ ਆਪਾਂ ਕਹਿੰਦੇ ਹਾਂ DNA ਫਿੰਗਰਪ੍ਰਿੰਟਿੰਗ। ਔਰ DNA ਫਿੰਗਰਪ੍ਰਿੰਟਿੰਗ ਇੱਕ ਬਹੁਤ ਹੀ ਇੰਟਰਸਟਿੰਗ ਟੌਪਿਕ ਹੈ ਔਰ ਬਹੁਤ ਹੀ ਇੱਕ ਇੰਟਰਸਟਿੰਗ ਪ੍ਰੋਸੈਸ ਹੈ। ਬਿਕੋਜ਼ DNA ਆਪਾਂ ਨੂੰ ਪਤਾ ਹੈ ਕਿ ਇਟ ਇਜ਼ ਪ੍ਰੈਜ਼ੈਂਟ ਇਨ ਈਚ ਐਂਡ ਐਵਰੀ ਸੈੱਲ ਆਫ ਯੋਰ ਬੋਡੀ। ਹਰ ਸੈੱਲ ਦੇ ਨਿਊਕਲੀਅਸ ਦੇ ਵਿੱਚ ਤੁਹਾਨੂੰ DNA ਮਿਲਦਾ ਹੈ, ਔਰ DNA ਨੂੰ ਆਪਾਂ ਆਲਟਰ ਨਹੀਂ ਕਰ ਸਕਦੇ, DNA ਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਸੋ ਕਿਸੇ ਵੀ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਕੇਸਿਸ ਨੇ ਜਾਂ ਕੋਈ ਡਿਸਪਿਊਟਸ ਨੇ, ਐਂਡ ਕਈ ਵਾਰੀ ਪੈਟਰਨਿਟੀ ਡਿਸਪਿਊਟਸ ਹੁੰਦੇ ਨੇ, ਸੋ ਉਹਨਾਂ ਨੂੰ ਸੋਲਵ ਕਰਨ ਵਾਸਤੇ ਆਪਾਂ DNA ਫਿੰਗਰਪ੍ਰਿੰਟਿੰਗ ਨੂੰ ਯੂਜ਼ ਕਰਦੇ ਹਾਂ। So what is DNA fingerprinting, students? DNA fingerprinting, it was invented in 1984 by Professor Sir Alec Jeffrey. ਐਲੈਕ ਜੈਫਰੀ ਜਿਹੜੇ ਨੇ ਉਹਨਾਂ ਨੇ DNA ਫਿੰਗਰਪ੍ਰਿੰਟਿੰਗ ਦਾ ਟੈਕਨੀਕ ਡਿਵੈਲਪ ਕੀਤਾ ਬੱਚੇ ਐਟ ਲਾਈਸਟਰ ਯੂਨੀਵਰਸਿਟੀ, ਔਰ ਇਹਨਾਂ ਨੂੰ ਫਾਦਰ ਆਫ DNA ਫਿੰਗਰਪ੍ਰਿੰਟਿੰਗ ਵੀ ਬੋਲਿਆ ਜਾਂਦਾ ਹੈ। ਤਾਂ ਸਰ ਐਲੈਕ ਜੈਫਰੀ ਜੋ ਹੈ ਉਹਨਾਂ ਨੂੰ ਫਾਦਰ ਆਫ DNA ਫਿੰਗਰਪ੍ਰਿੰਟਿੰਗ ਬੋਲਿਆ ਜਾਂਦਾ ਹੈ। ਹੀ ਰੀਅਲਾਈਜ਼ਡ you could detect variation in the human DNA in the form of these mini satellites. Mini satellites ਕੀ ਹੁੰਦੇ ਆ students? We have already done in the human genome project. ਮੈਂ ਤੁਹਾਨੂੰ explain ਕੀਤਾ ਕਿ ਸਾਡੀ ਬੋਡੀ ਦੇ ਵਿੱਚ ਜਿਹੜਾ DNA ਹੈ ਤਾਂ ਤਕਰੀਬਨ 99.9%, ਸੋ 99.9% DNA ਜੋ ਹੁੰਦਾ ਉਹ ਸਿਮਿਲਰ ਹੁੰਦਾ ਸਭ ਦੇ ਵਿੱਚ। ਸਾਡੇ ਕੋਲ ਸਿਰਫ 0.1% ਬਚਿਆ, 0.1% DNA ਜੋ ਹੈ ਉਹ ਕਿਸੇ ਆਪਣੇ ਪਰਸਨ ਦੇ ਵਿੱਚ 1% ਟੂ ਅਦਰ ਪਰਸਨ ਜਿਹੜਾ ਹੈ ਉਹ ਡਿਫਰੈਂਟ ਹੁੰਦਾ ਹੈ। ਠੀਕ ਹੈ, ਸੋ ਇਹ ਜਿਹੜਾ ਡਿਫਰੈਂਸ ਹੈ ਕਿ ਆਪਾਂ ਕਹਿੰਦੇ ਕਿ ਸਿਰਫ 0.1% ਡਿਫਰੈਂਸ ਹੈਗਾ, ਬਟ ਅਗਰ ਆਪਾਂ ਆਪਣੇ ਬੇਸ ਪੇਅਰਸ ਦੇਖਦੇ ਹਾਂ, ਸਾਡੇ ਬੇਸ ਪੇਅਰਸ ਕਿੰਨੇ ਸੀ? 3 × 10⁹। ਸੋ ਅਗਰ ਆਪਾਂ ਇਸ ਡਿਫਰੈਂਸ ਨੂੰ ਆਪਣੇ ਬੇਸ ਪੇਅਰ ਡਿਫਰੈਂਸ ਨਾਲ ਮਲਟੀਪਲਾਈ ਕਰੀਏ ਤਾਂ ਸਾਡੇ ਕੋਲ ਇੱਕ ਇੰਨਾ ਲਾਰਜ ਡਿਫਰੈਂਸ ਆ ਜਾਏਗਾ ਤਾਂ ਕਿ ਅਸੀਂ ਉਸ ਬੇਸ 'ਤੇ ਆਪਾਂ ਇੱਕ ਪਰਸਨ ਨੂੰ ਦੂਜੇ ਪਰਸਨ ਦੇ ਨਾਲ ਡਿਸਟਿੰਗੁਇਸ਼ ਕਰ ਸਕਦੇ ਹਾਂ। ਠੀਕ ਹੈ, ਸੋ DNA ਫਿੰਗਰਪ੍ਰਿੰਟਿੰਗ ਜਿਹੜੀ ਹੈ ਦੈਟ ਵਾਜ਼, ਉਹਦੇ ਵਿੱਚ ਜਿਹੜੇ ਇਹ ਡਿਫਰੈਂਸਿਸ ਨੇ, ਜਿਹੜਾ ਇਹ 0.1 ਡਿਫਰੈਂਸ ਆ ਰਿਹਾ ਹੈ, ਉਹਦੇ ਉੱਥੇ ਕੀ ਹੁੰਦਾ ਐਕਚੁਅਲੀ ਰੈਪੀਟੇਟਿਵ DNAs ਹੁੰਦੇ ਆ। ਹੁਣੇ ਮੈਂ ਤੁਹਾਨੂੰ ਐਕਸਪਲੇਨ ਕਰਾਂਗੀ। ਸੋ ਇਹ ਜਿਹੜਾ ਥੋੜ੍ਹਾ ਜਿਹਾ ਵੀ ਡਿਫਰੈਂਸ ਆਇਆ, 0.1% ਡਿਫਰੈਂਸ ਆ ਰਿਹਾ ਹੈ, ਉਹ ਕਿਸ ਫਾਰਮ ਦੇ ਵਿੱਚ ਹੈ? ਉੱਥੇ DNA ਦੀ ਰੈਪੀਟੇਟਿਵ ਸੀਕੁਐਂਸ ਹੁੰਦੀ ਹੈ, ਜਿਵੇਂ ATCG। ਠੀਕ ਹੈ, ਇੱਕ ਸੀਕੁਐਂਸ ਹੈਗੀ ਹੈ ATCG, ਫਿਰ ਦੁਬਾਰਾ ਤੋਂ ਆ ਗਈ ATCG, ਅਗੇਨ ATCG। ਸੋ ਇਹ ਜਿਹੜੇ ਸੀਕੁਐਂਸ ਨੇ ਇਹ ਰਿਪੀਟਸ ਹੋ ਰਹੇ ਨੇ। ਠੀਕ ਹੈ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਮਿਨੀ ਸੈਟੇਲਾਈਟਸ।
ਸੋ ਦਿਸ ਇਜ਼ ਅ ਟੈਕਨੀਕ ਯੂਜ਼ਡ ਸਪੈਸ਼ਲੀ ਫॉर ਆਈਡੈਂਟੀਫਿਕੇਸ਼ਨ ਪਰਪਸ। ਹੁਣੇ ਮੈਂ ਤੁਹਾਨੂੰ ਇੱਕ ਇੰਟਰੋਡਕਸ਼ਨ ਦਿੱਤੀ, ਮੈਂ ਤੁਹਾਨੂੰ ਦੱਸਿਆ ਕਿ ਡੀਐਨਏ ਫਿੰਗਰ ਪ੍ਰਿੰਟਿੰਗ ਜੋ ਹੈ ਕਿਸੇ ਵੀ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਨੂੰ, ਜਿਵੇਂ ਆਪਾਂ ਫੋਰੈਂਸਿਕ ਲੈਬਸ ਨੇ ਜਿੱਥੇ ਇੱਦਾਂ ਦੇ ਕ੍ਰਿਮੀਨਲ ਕੇਸਿਸ ਜਿਹੜੇ ਨੇ ਉਹ ਡੀਲ ਕੀਤੇ ਜਾਂਦੇ ਨੇ, ਸੋ ਇਹਦੇ 'ਚ ਆਪਾਂ ਐਕਸਟਰੈਕਟ ਕਰਦੇ ਹਾਂ ਔਰ ਆਈਡੈਂਟੀਫਾਈ ਕਰਦੇ ਹਾਂ ਦਾ ਬੇਸ ਪੇਅਰ ਪੈਟਰਨ ਇਨ ਦਾ ਇੰਡੀਵਿਜੂਅਲ ਡੀਐਨਏ। ਸੋ ਇੱਥੇ ਆਪਾਂ ਫਿੰਗਰ ਪ੍ਰਿੰਟ ਸਾਡੇ ਫਿੰਗਰ ਦੇ ਪ੍ਰਿੰਟਸ ਨਹੀਂ ਹੈ, ਇੱਥੇ ਐਕਚੁਅਲੀ ਆਪਾਂ ਡੀਐਨਏ ਫਿੰਗਰ ਪ੍ਰਿੰਟਿੰਗ ਜਿਹੜੀ ਹੈ ਉਸ ਦੀ ਗੱਲ ਕਰ ਰਹੇ ਹਾਂ। ਸੋ ਮਾਈਕਰੋਸੈਟੇਲਾਈਟਸ ਕੀ ਨੇ? ਮਾਈਕਰੋਸੈਟੇਲਾਈਟਸ ਇੱਕ ਸ਼ਾਰਟ ਰਿਪੀਟਡ ਡੀਐਨਏ ਸੀਕੁਐਂਸ ਹੈ। ਇਹ ਕਿ ਡੀਐਨਏ ਦੇ ਰਿਪੀਟਸ ਨੇ, ਸ਼ਾਰਟ ਸੈਗਮੈਂਟਸ ਨੇ ਜਿਹਦੇ ਵਿੱਚ ਡੀਐਨਏ ਦੇ ਜਿਹੜੇ ਬੇਸਿਸ ਨੇ ਉਹ ਰਿਪੀਟਸ ਹੋ ਰਹੇ ਨੇ ਐਟ ਅ ਪਰਟੀਕੂਲਰ ਲੋਕਸ ਔਨ ਏ ਕ੍ਰੋਮੋਜ਼ੋਮ ਵਿਚ ਵੈਰੀ ਇਨ ਨੰਬਰ ਇਨ ਡਿਫਰੈਂਟ ਇੰਡੀਵਿਜੂਅਲਸ ਦੇ ਵਿੱਚ ਇਹ ਜਿਹੜੇ ਨੇ ਉਹ ਵੈਰੀ ਕਰਦੇ ਨੇ। ਕਿਉਂਕਿ ਆਪਾਂ ਹਿਊਮਨ ਜੀਨੋਮ ਪ੍ਰੋਜੈਕਟ ਦੇ ਵਿੱਚ ਇਹ ਸਟੱਡੀ ਕੀਤਾ ਸੀ ਬੱਚੇ ਕਿ ਜਿਹੜਾ ਸਾਡਾ ਮੇਨਲੀ ਜਿਹੜਾ ਡੀਐਨਏ ਹੈ ਜਿਹਨੂੰ ਆਪਾਂ ਜੰਕ ਡੀਐਨਏ ਦਾ ਨਾਮ ਦਿੱਤਾ ਸੀ। ਜੰਕ ਡੀਐਨਏ ਕੀ ਹੁੰਦਾ ਜੋ ਪ੍ਰੋਟੀਨ ਸਿੰਥੇਸਿਸ ਵਿੱਚ ਪਾਰਟਿਸਿਪੇਟ ਨਹੀਂ ਕਰਦਾ, ਬਿਕੋਜ਼ ਉੱਥੇ ਕੀ ਹੁੰਦੇ ਬਹੁਤ ਸਾਰੇ ਰੈਪੀਟੇਟਿਵ ਡੀਐਨਏ ਸੀਕੁਐਂਸਿਸ ਹੁੰਦੇ ਆ। ਸੋ ਇਹ ਜਿਹੜੇ ਰੈਪੀਟੇਟਿਵ ਡੀਐਨਏ ਸੀਕੁਐਂਸਿਸ ਨੇ ਇਸ ਦੇ ਵਿੱਚ ਆਪਾਂ ਇਸ ਦੀ ਹੈਲਪ ਦੇ ਨਾਲ ਆਪਾਂ ਇੰਡੀਵਿਜੂਅਲਸ ਜਿਹੜੇ ਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਸਕਦੇ ਹਾਂ। ਠੀਕ ਹੈ, ਸੋ ਇਸ ਨੂੰ ਆਪਾਂ ਅੱਜ ਬਹੁਤ ਅੱਛੀ ਤਰ੍ਹਾਂ ਡਿਟੇਲ ਦੇ ਵਿੱਚ ਇਸ ਟੌਪਿਕ ਦੇ ਵਿੱਚ ਸਟੱਡੀ ਕਰਾਂਗੇ। ਸੋ ਵਨਸ ਅਗੇਨ ਸਰ ਬੱਚੇ, ਦਿਸ ਇਜ਼ ਫਾਦਰ ਆਫ ਡੀਐਨਏ ਫਿੰਗਰ ਪ੍ਰਿੰਟਿੰਗ and this is Alec Jeffrey 1985. I explained you just now that DNA fingerprinting technique was developed by Alec Jeffrey and that is at Leicester University, and he said that every person has a specific pattern of DNA sequence। ठीक है, जेड़ा साडे कोल DNA sequence है, एक बच्चे को जेड़ा DNA sequence है तो वो जेड़ा DNA sequence है that shows the DNA sequences of both the mother and the father, right? Now let's study the principle. What is the principle of DNA fingerprinting? DNA fingerprinting ਜਿਹੜਾ ਪ੍ਰਿੰਸੀਪਲ ਹੈ ਤੁਹਾਨੂੰ ਹੁਣੇ ਮੈਂ ਦੱਸਿਆ ਕਿ ਜਿਹੜੇ ਰੈਪੀਟੇਟਿਵ DNAs ਨੇ ਜੋ ਕਿ ਜਸਟ 0.1% ਨੇ, ਸੋ ਰੈਪੀਟੇਟਿਵ DNAs ਜਿਹੜੇ ਨੇ ਉਹ ਆਪਾਂ ਇੱਥੇ ਯੂਜ਼ ਕਰਾਂਗੇ। ਇੱਥੇ ਇੱਕ ਵਰਡ ਆ ਰਿਹਾ ਸਟੂਡੈਂਟਸ VNTR। VNTR ਕਿਸ ਨੂੰ ਬੋਲਦੇ ਨੇ? VNTR ਦਾ ਫੁੱਲ ਫਾਰਮ ਹੈ ਵੇਰੀਏਬਲ ਨੰਬਰ ਆਫ ਟੈਂਡਮ ਰਿਪੀਟਸ। ਸੋ ਇਹ ਟੈਂਡਮ ਰਿਪੀਟਸ ਨੇ, ਠੀਕ ਹੈ, from a single genetic locus in which the repeated DNA segments varies from individual to individual. So ਸਾਡੇ ਕੋਲ DNA ਦੇ repeats ਨੇ ਜੋ ਕਿ ਹਰ individual 'ਚ vary ਕਰਦੇ ਨੇ ਔਰ ਇਸ ਨੂੰ ਆਪਾਂ identification purpose ਲਈ use ਕਰਦੇ ਹਾਂ in DNA fingerprinting। ਜੋ VNTRs ਨੇ ਦੋ persons ਦੇ they may be of same length and sequence ਐਟ ਵਨ ਸਾਈਡ, ਇੱਕ ਸਾਈਡ ਤੇ ਸੇਮ ਹੋ ਸਕਦੇ ਆ। ਸਪੋਜ਼ ਇੱਕ ਜਗ੍ਹਾ ਤੇ VNTR ਸੇਮ ਆ ਰਹੇ ਆ ਦੋ ਪਰਸਨਸ ਦੇ, ਲੇਕਿਨ ਕਿਸੇ ਦੂਸਰੀ ਸਾਈਡ ਤੇ ਉਹ ਅਲੱਗ ਹੋਣਗੇ। ਸੋ ਚਾਈਲਡ ਇਨਹੈਰਿਟ ਦ ਕ੍ਰੋਮੋਜ਼ੋਮ with tandem repeats both from the father as well as from mother। ठीक है, so VNTR alleles of a child जो हैं they resemble to both the parents। और ਇਸ ਦੇ ਵਾਸਤੇ ਇੱਕ southern blot ਇੱਕ ਟੈਕਨੀਕ ਹੈਗੀ ਹੈ ਬੱਚੇ, southern blot ਟੈਕਨੀਕ ਆਪਾਂ ਯੂਜ਼ ਕਰਾਂਗੇ for DNA fingerprinting। ਇਹਨੂੰ ਅਸੀਂ southern blotting ਟੈਕਨੀਕ ਕਰਨੇ ਆ because it was developed by a scientist, ਉਸ ਦਾ ਨੇਮ southern ਸੀਗਾ। ਠੀਕ ਹੈ, ਸੋ ਉਸਨੇ ਇਸ ਨੂੰ ਡਿਸਕਵਰ ਕੀਤਾ ਸੀ ਤਾਂ ਉਸਦੇ ਨੇਮ ਦੇ ਉੱਪਰ ਆਪਾਂ ਇਸ ਨੂੰ ਟੈਕਨੀਕ ਨੂੰ southern blotting ਟੈਕਨੀਕ ਕਰਨੇ ਆ। ਹੁਣੇ ਜਦੋਂ ਮੈਂ ਤੁਹਾਡੇ ਮੈਥਡ ਤੁਹਾਨੂੰ ਮੈਂ ਐਕਸਪਲੇਨ ਕਰਾਂਗੀ ਤਾਂ ਤੁਹਾਨੂੰ ਪਤਾ ਚੱਲ ਜਾਏਗਾ। ਨਾਓ ਨੈਕਸਟ, ਓਕੇ ਸਟੂਡੈਂਟਸ, ਇਹ ਕੀ ਨੇ? ਇਹ ਰਿਪੀਟਸ ਨੇ, VNTRs ਨੇ। VNTRs ਦਾ ਫੁੱਲ ਫਾਰਮ ਕੀ ਹੈ? ਵੇਰੀਏਬਲ ਨੰਬਰ ਆਫ ਟੈਂਡਮ ਰਿਪੀਟਸ। ਐਂਡ STRs ਕੀ ਹੁੰਦੇ ਨੇ? ਸ਼ਾਰਟ ਟੈਂਡਮ ਰਿਪੀਟਸ। ਇਹ ਛੋਟੇ ਛੋਟੇ ਰਿਪੀਟਸ ਨੇ। ਅਗਰ ਤੁਸੀਂ VNTRs ਦੇਖਦੇ ਹੋ ਇੱਥੇ 10 ਤੋਂ ਲੈ ਕੇ 100 ਬੇਸ ਪੇਅਰਸ ਜਿਹੜੇ ਨੇ ਉਹ ਰਿਪੀਟ ਹੋ ਰਹੇ ਹੈ। ਤੁਸੀਂ ਇਹ ਦੇਖ ਰਹੇ ਹੋ ਇੱਕ ਇਸ ਦੇ ਵਿੱਚ ਹੈ ਸਪੋਜ਼ ਆਪਣੇ ਕੋਲ AGTTC GC GT GA ਇਹ ਸੀਕੁਐਂਸ ਹੈ। ਉਸ ਤੋਂ ਬਾਅਦ ਨੈਕਸਟ ਤੁਸੀਂ ਦੇਖੋ ਸੇਮ ਬੇਸ ਪੇਅਰਸ ਰਿਪੀਟ ਹੋ ਰਹੇ ਨੇ, ਫੇਰ ਰਿਪੀਟਸ ਹੈ। ਤਾਂ ਇਹ ਜਿਹੜੀਆਂ ਲੌਂਗ ਰਿਪੀਟਸ ਹੁੰਦੇ ਨੇ ਇਹਦੇ ਵਿੱਚ 10 to 100 ਬੇਸ ਪੇਅਰਸ ਹੁੰਦੇ ਹੈ। ਦੈਨ ਸ਼ਾਰਟ ਟੈਂਡਮ ਰਿਪੀਟਸ ਜਿਹੜੇ ਨੇ ਦੇ ਆਰ ਨੋਨ ਐਜ਼ STRs। ਜਿਵੇਂ ਇੱਥੇ 5 ਬੇਸਿਸ ਹੈ ATGCC, ਦੈਨ ਫੇਰ ਰਿਪੀਟ ਹੋ ਗਿਆ ATGCC ATGCC। ਸੋ ਸੇਮ ਬੇਸਿਸ ਜਿਹੜੇ ਨੇ ਉੱਥੇ ਰਿਪੀਟਸ ਹੋ ਰਹੇ ਨੇ, ਇਹਨਾਂ ਨੂੰ ਅਸੀਂ ਸ਼ਾਰਟ ਟੈਂਡਮ ਰਿਪੀਟਸ ਬੋਲਦੇ ਹਾਂ। ਠੀਕ ਹੈ, ਸੋ ਇਹ ਜਿਹੜੇ ਰਿਪੀਟਸ ਨੇ ਸ਼ਾਰਟ ਨਿਊਕਲੀਓਟਾਈਡਸ ਇੱਥੇ ਜਿਹੜੇ ਨੇ ਉਹ ਬਾਰ-ਬਾਰ ਰਿਪੀਟਸ ਹੋ ਰਹੇ ਨੇ। ਸੋ ਇਸ ਨੈਕਸਟ ਦੇਖੋ ਸਟੂਡੈਂਟ, ਸੋ ਇੱਥੇ ਮੈਂ ਸ਼ਾਰਟ ਟੈਂਡਮ ਰਿਪੀਟਸ ਲਏ ਨੇ। ਸੋ ਜਿਵੇਂ ਤੁਹਾਡੇ ਕੋਲ GATA ਆ ਰਿਹਾ, GATA ਫਿਰ GATA ਇਹ ਰਿਪੀਟ ਹੋ ਰਿਹਾ। ਸੋ ਇੱਥੇ ਤੁਸੀਂ ਆਪਾਂ ਦੇਖ ਸਕਦੇ ਹੋ ਕਿ 7 ਟਾਈਮਸ ਰਿਪੀਟ ਹੋ ਰਿਹਾ, ਫਿਰ 8 ਟਾਈਮਸ ਇਹ ਰਿਪੀਟ ਹੋ ਰਿਹਾ, ਨੀਚੇ 9 ਟਾਈਮ ਰਿਪੀਟਸ ਹੋ ਰਿਹਾ। ਸੋ ਇਹ ਸ਼ਾਰਟ ਟੈਂਡਮ ਰਿਪੀਟਸ ਨੇ। ਸੋ ਇਹ ਸਾਡਾ ਇੱਕ ਪ੍ਰਿੰਸੀਪਲ ਹੈ ਜਿਸ ਦੇ ਉੱਪਰ DNA ਫਿੰਗਰ ਪ੍ਰਿੰਟਿੰਗ ਟੈਕਨੋਲੋਜੀ ਇਜ਼ ਬੇਸਡ। ਸੋ ਦਿਸ ਇਜ਼ ਦ ਯੂ ਕੈਨ ਸੇ ਇਹ ਸਾਡਾ 0.1 ਜਿਹੜਾ ਰਿਪੀਟਸ ਨੇ 0.1
1% DNA है जो कि डिफरेंट होएगा इन डिफरेंट इंडिविजुअल्स, अदरवाइज 99.9% इज सिमिलर्स. सो दीज आर द रिपीट्स, क्योंकि इन्हां दी लेंथ शॉर्ट है, सो दे आर नोन एज शॉर्ट टेंडम रिपीट्स. ओके स्टूडेंट्स, सो नाउ लेट अस स्टडी कि ਜਦੋਂ ਆਪਾਂ DNA ਫਿੰਗਰ ਪ੍ਰਿੰਟਿੰਗ ਕਰਨਾ ਹੈ ਤਾਂ ਉਸ ਦੇ ਵਾਸਤੇ ਜਿਹੜਾ ਬਾਇਓਲੋਜੀਕਲ ਮਟੀਰੀਅਲ ਹੈ ਜਿਸ ਦੇ ਵਿੱਚੋਂ ਆਪਾਂ DNA ਨੂੰ ਆਈਸੋਲੇਟ ਕਰਾਂਗੇ ਔਰ ਉਸ ਤੋਂ ਬਾਅਦ ਉਹਦਾ ਸਾਰਾ ਪ੍ਰੋਸੈਸ ਕਰਕੇ ਆਪਾਂ ਕਿਸੇ ਵੀ ਡਿਸਪਿਊਟ ਨੂੰ ਸੌਰਟ ਆਊਟ ਕਰਾਂਗੇ ਤਾਂ ਉਸ ਦੇ ਵਾਸਤੇ ਕੀ ਬਾਇਓਲੋਜੀਕਲ ਮਟੀਰੀਅਲ ਜੋ ਹੈ ਉਹ ਆਪਾਂ ਯੂਜ਼ ਕਰ ਸਕਦੇ ਹਾਂ. ਕਿਸੇ ਵੀ ਸਪੋਜ਼ ਕਿਸੇ ਜਗ੍ਹਾ ਤੇ ਕੋਈ ਮਰਡਰ ਹੋਇਆ ਹੈ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਇਨਸੀਡੈਂਸ ਹੋਈ ਹੈ ਜਾਂ ਕੋਈ ਰੇਪ ਹੋਇਆ ਤਾਂ ਆਪਾਂ ਉਸ ਜਗ੍ਹਾ ਤੋਂ ਬਲੱਡ ਸੈਂਪਲਸ ਕਲੈਕਟ ਕਰ ਸਕਦੇ ਹਾਂ. ਹੇਅਰਸ ਹੈ, ਹੇਅਰਸ ਦੇ ਜਿਹੜੇ ਫੋਲੀਕਲਸ ਨੇ ਉਹਨਾਂ ਦੇ ਵਿੱਚ DNA ਹੈ, ਸੈੱਲ ਦੇ ਵਿੱਚ ਸੈਲਾਈਵਾ ਲਿੱਤਾ ਜਾ ਸਕਦਾ ਹੈ, ਸੀਮਨ ਹੈ, ਬੋਡੀ ਟਿਸ਼ੂ ਸੈਲਸ ਹੁੰਦੇ ਨੇ ਐਂਡ ਈਵਨ DNA ਸੈਂਪਲਸ ਜੋ ਹੈ ਜਿਹੜੇ ਵੇਜਾਈਨਲ ਸੈਲਸ ਹੁੰਦੇ ਨੇ ਉਹਨਾਂ ਦੇ ਕੋਲੋਂ ਵੀ DNA ਸੈਂਪਲਸ ਜਿਹੜੇ ਨੇ ਉਹ ਕਲੈਕਟ ਕੀਤੇ ਜਾਂਦੇ ਨੇ. ਨਾਓ let us study, there are many steps which are involved in the process of DNA fingerprinting. So let us try to understand these steps one by one. So first of all we have first step, that is isolation. DNA ਨੂੰ ਅਸੀਂ isolate ਕਰਾਂਗੇ, then restriction endonuclease enzyme ਦੇ ਨਾਲ ਉਸ ਦੀ digestion ਹੋਏਗੀ, ਆਪਾਂ ਉਸ ਨੂੰ break ਕਰਾਂਗੇ, ਉਸ ਨੂੰ cut ਕਰਾਂਗੇ, ਉਹਦੀ fragments ਬਣਾਵਾਂਗੇ. then gel electrophoresis technique ਹੈ, denaturation ਹੈ, southern blotting ਹੈ, ਮੈਂ ਤੁਹਾਨੂੰ ਹੁਣੇ ਦੱਸਿਆ ਸੀ ਕਿ southern blotting ਆਪਾਂ ਇਹਦੇ ਵਿੱਚ use ਕਰਾਂਗੇ. ਰੇਡੀਓ ਐਕਟਿਵ ਪ੍ਰੋਬਸ ਅਸੀਂ ਬਣਾਵਾਂਗੇ, SSDNA ਬੋਲਦੇ ਆ ਉਸਨੂੰ. ਹਾਈਬ੍ਰਿਡਾਈਜੇਸ਼ਨ ਹੋਏਗੀ, ਫਿਰ ਜਿਹੜੇ ਆਪਣੇ ਹਾਈਬ੍ਰਿਡਸ ਬਣਨਗੇ ਉਹਨਾਂ ਨੂੰ ਆਪਾਂ ਡਿਟੈਕਟ ਕਰਨਾ ਹੈ ਬਾਈ ਆਟੋ ਰੇਡੀਓਗ੍ਰਾਫੀ. ਸੋ ਲੈਟ ਅਸ ਸਟੱਡੀ ਥੀਸ ਸਟੈਪਸ ਵਨ ਬਾਈ ਵਨ. Okay, so first step which is involved in the process of DNA fingerprinting is isolation. ਸਭ ਤੋਂ ਪਹਿਲਾਂ ਆਪਾਂ ਆਪਣੇ DNA ਨੂੰ isolate ਕਰਨਾ ਹੈ, ਠੀਕ ਹੈ. DNA ਕਿੱਥੇ ਹੈ ਸਟੂਡੈਂਟਸ? DNA ਹੈ ਸੈੱਲ ਦੇ ਨਿਊਕਲੀਅਸ ਦੇ ਅੰਦਰ, ਠੀਕ ਹੈ. ਸੋ ਸੈੱਲ ਨੂੰ ਆਪਾਂ ਸੈੱਲ ਦੀ ਮੈਂਬਰੇਨ ਨੂੰ ਡਿਜ਼ੋਲਵ ਕਰਾਂਗੇ, ਫਿਰ ਆਪਾਂ ਨਿਊਕਲੀਅਰ ਮੈਂਬਰੇਨ ਨੂੰ ਡਿਜ਼ੋਲਵ ਕਰਨਾ, ਫਿਰ ਉਸ ਤੋਂ ਬਾਅਦ ਆਪਾਂ ਨਿਊਕਲੀਅਸ ਦੇ ਵਿੱਚੋਂ ਆਪਾਂ DNA ਜੋ ਹੈ ਉਹ ਆਈਸੋਲੇਟ ਕਰਨਾ ਹੈ. ਸੋ ਓਨਲੀ ਸਮਾਲ ਅਮਾਊਂਟ ਆਫ ਬਲੱਡ, ਹੇਅਰ ਔਰ ਸਕਿਨ ਇਜ਼ ਨੀਡਿਡ ਟੂ ਆਈਸੋਲੇਟ. ਫਿਰ ਵੀ ਅਗਰ ਸਾਡੇ ਕੋਲ DNA ਦਾ ਅਮਾਊਂਟ ਘੱਟ ਹੈਗਾ ਤਾਂ ਵੀ ਹੈਵ ਟੈਕਨੀਕ ਦੈਟ ਇਜ਼ ਨੋਨ ਐਜ਼ PCR ਟੈਕਨੀਕ. ਸਟੂਡੈਂਟ ਯੂ ਵਿਲ ਸਟੱਡੀ ਅਬਾਊਟ ਦਿਸ ਟੈਕਨੀਕ ਇਨ ਡਿਟੇਲ ਇਨ ਬਾਇਓਟੈਕਨੋਲੋਜੀ ਯੂਨਿਟ. ਸੋ PCR ਨੂੰ ਆਪਾਂ ਬੋਲਦੇ ਹਾਂ ਪੋਲੀਮਰੇਜ਼ ਚੇਨ ਰਿਐਕਸ਼ਨ. ਸੋ ਪੋਲੀਮਰੇਜ਼ ਚੇਨ ਰਿਐਕਸ਼ਨ ਨਾਲ ਆਪਾਂ ਆਪਣੇ ਜਿਹੜਾ ਬਹੁਤ ਘੱਟ ਅਮਾਊਂਟ ਅਗਰ ਸਪੋਜ਼ ਆਪਾਂ ਨੂੰ DNA ਦਾ ਮਿਲਿਆ ਤਾਂ PCR ਦੇ ਨਾਲ ਆਪਾਂ ਉਸ DNA ਦੀ ਕਾਪੀਜ਼ ਬਣਾ ਸਕਦੇ ਹਾਂ, ਉਸ ਨੂੰ ਆਪਾਂ ਐਂਪਲੀਫਾਈ ਕਰ ਸਕਦੇ ਹਾਂ. ਸੋ PCR ਇਜ਼ ਨੋਨ ਐਜ਼ ਜੀਨ ਐਂਪਲੀਫਿਕੇਸ਼ਨ ਪ੍ਰੋਸੈਸ, ਠੀਕ ਹੈ. ਨੈਕਸਟ ਓਕੇ, ਹੁਣ ਆਪਣਾ ਸੈਕਿੰਡ ਸਟੈਪ ਕੀ ਹੋਏਗਾ? ਜੋ ਸਾਨੂੰ DNA ਮਿਲਿਆ ਉਸ DNA ਨੂੰ ਹੁਣ ਅਸੀਂ ਫਰੈਗਮੈਂਟਸ ਬਣਾਵਾਂਗੇ, ਉਹਦੇ ਪੀਸਿਸ ਬਣਾਵਾਂਗੇ. ਸੋ ਮੋਲੀਕੂਲਰ ਬਾਇਓਲੋਜੀ ਦੇ ਵਿੱਚ ਸਾਡੇ ਕੋਲ ਇੱਕ ਸੀਜ਼ਰ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਰਿਸਟ੍ਰਿਕਸ਼ਨ ਐਨਜ਼ਾਈਮਸ. ਸਾਡੇ ਕੋਲ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਨਜ਼ਾਈਮਸ ਨੇ. ਸੋ ਦੇ ਆਰ ਨੋਨ ਐਜ਼ ਮੋਲੀਕੂਲਰ ਸੀਜ਼ਰਸ. ਦੇ ਆਰ ਨੋਨ ਐਜ਼ ਮੋਲੀਕੂਲਰ ਸੀਜ਼ਰਸ ਬਿਕੋਜ਼ ਦੇ ਆਰ ਯੂਜ਼ਡ ਟੂ ਕੱਟ DNA. ਸੋ ਇਹਨਾਂ ਨੂੰ ਅਸੀਂ ਮੋਲੀਕੂਲਰ ਸੀਜ਼ਰਸ ਬੋਲਦੇ ਹਾਂ. ਸੋ ਇਹ ਮੋਲੀਕੂਲਰ ਸੀਜ਼ਰਸ ਜੋ ਹੁੰਦੇ ਨੇ ਇਹ DNA ਨੂੰ ਇੱਕ ਸਪੈਸੀਫਿਕ ਸਾਈਟ ਦੇ ਉੱਪਰ ਕੱਟਦੇ ਹਨ. ਉੱਥੇ ਸਪੈਸ਼ਲ ਨਿਊਕਲੀਓਟਾਈਡ ਦੀ ਸੀਕੁਐਂਸ ਨੂੰ ਆਈਡੈਂਟੀਫਾਈ ਕਰਦੇ ਨੇ ਔਰ ਉੱਥੇ ਉਸ ਨੂੰ ਕੱਟ ਕਰਦੇ ਆ. ਜਿਵੇਂ ਆਪਾਂ ਇੱਥੇ ਦੇਖ ਰਹੇ ਹਾਂ ਕਿ ਸਾਡੇ ਕੋਲ GAATTC, ਠੀਕ ਹੈ, ਔਰ ਉਸ ਦਾ ਕੰਪਲੀਮੈਂਟਰੀ ਕੀ ਹੋਏਗਾ? CTTAAG. ਸੋ ਇੱਥੇ ਜਿਹੜਾ ਹੈਗਾ ਐਂਡੋਨਿਊਕਲੀਅਸ ਜਿਹੜੇ ਨੇ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਉਹ DNA ਨੂੰ ਇੱਕ ਸਪੈਸੀਫਿਕ ਬੇਸ ਪੇਅਰ ਜਿਵੇਂ G ਔਰ A ਤੇ ਕੱਟ ਕਰ ਰਹੇ ਨੇ ਔਰ ਇੱਥੇ ਵੀ G ਔਰ A ਤੇ ਕੱਟ ਕਰ ਰਹੇ ਨੇ. ਤੇ ਇੱਕ ਫਰੈਗਮੈਂਟ ਦੇਖੋ ਕਿੰਨੀ ਛੋਟੀ ਬਣੀ, ਜਸਟ G, ਔਰ ਦੂਸਰਾ ਫਰੈਗਮੈਂਟ ਵੱਡਾ ਬਣ ਗਿਆ AATTC. ਸੋ ਇਸ ਤਰ੍ਹਾਂ ਸਾਨੂੰ ਕੀ ਹੋਏਗਾ? ਸਾਨੂੰ DNA ਦੇ ਡਿਫਰੈਂਟ ਫਰੈਗਮੈਂਟਸ ਜੋ ਹੈ ਉਹ ਮਿਲ ਜਾਣਗੇ. ਸੋ the sections of DNA are cut, then what we get restriction fragments. So this yields thousands of restriction fragments. ਹੁਣ ਸਾਡੇ ਕੋਲ fragments ਆ ਗਏ but these fragments are of different sizes ਕਿਉਂਕਿ base pairs ਕੁਛ long fragment ਹੈ, ਕੁਛ ਅਗਰ ਨੇੜੇ ਕੱਟਤਾ ਤਾਂ fragments ਬਹੁਤ short ਹੈ. ਔਰ ਇਸ ਵਾਸਤੇ ਅਸੀਂ ਜਿਹੜੀ molecular scissor use ਕਰਦੇ ਹਾਂ, ਜਿਹੜੇ restriction enzymes use ਕਰਦੇ ਹਾਂ, ਸੋ ਇਹ ਉਹਨਾਂ ਦੇ different type ਨੇ. HAE3 ਹੈ, HINFI ਹੈ. these are just the name of the restriction enzymes, ਠੀਕ ਹੈ. ਸੋ ਰਿਐਕਸ਼ਨ ਜੋ ਹੈ ਉਸ ਨੂੰ ਇਨਕਿਊਬੇਟ ਕੀਤਾ ਜਾਂਦਾ ਹੈ overnight at 37 degree C. Now the next step,
ਹੁਣ ਆਪਣੀ 2 ਸਟੈਪਸ ਹੋ ਗਏ, ਆਪਾਂ ਡੀਐਨਏ ਨੂੰ ਆਈਸੋਲੇਟ ਕਰ ਲਿਆ ਐਂਡ ਉਸ ਤੋਂ ਬਾਅਦ ਡੀਐਨਏ ਦੇ ਆਪਾਂ ਕੀ ਕੀਤੇ, ਫਰੈਗਮੈਂਟਸ ਬਣਾ ਲਏ। ਨੈਕਸਟ ਪ੍ਰੋਸੈਸ ਕੀ ਹੁੰਦਾ ਹੈ, ਉਸ ਨੂੰ ਅਸੀਂ ਬੋਲਦੇ ਹਾਂ ਜੈਲ ਇਲੈਕਟ੍ਰੋਫੋਰੇਸਿਸ। ਹੁਣ ਡੀਐਨਏ ਦੇ ਜਿਹੜੇ ਡਿਫਰੈਂਟ ਫਰੈਗਮੈਂਟਸ ਸਾਨੂੰ ਮਿਲੇ ਸਟੂਡੈਂਟਸ, ਉਹਨਾਂ ਨੂੰ ਆਪਾਂ ਸੈਪਰੇਟ ਕਰਨਾ ਹੈ। ਦੇ ਆਰ ਸੈਪਰੇਟਡ ਔਨ ਦਾ ਬੇਸਿਸ ਆਫ ਦੀ ਸਾਈਜ਼ ਬਾਈ ਯੂਜ਼ਿੰਗ ਅ ਪ੍ਰੋਸੈਸ ਨੋਨ ਐਜ਼ ਜੈਲ ਇਲੈਕਟ੍ਰੋਫੋਰੇਸਿਸ। ਆਪਾਂ ਕੀ ਕਰਦੇ ਹਾਂ, ਐਗਰੋਸ ਜੈਲ ਯੂਜ਼ ਕਰਦੇ ਹਾਂ ਜੋ ਆਪਾਂ ਨੂੰ ਰੈੱਡ ਐਲਗੀ ਤੋਂ ਮਿਲਦਾ ਹੈ। ਸੋ ਇਹ ਆਪਣਾ ਇੱਕ ਯੂਨਿਟ ਹੈ, ਇੱਥੇ ਆਪਾਂ ਜੈਲ ਯੂਜ਼ ਕਰਦੇ ਹਾਂ, ਇਹਦੇ ਉੱਪਰ ਇੱਥੇ ਕੈਵਿਟੀਜ਼ ਬਣੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਵੈਲਸ ਕਹਿੰਦੇ ਹਾਂ। ਸੋ ਉਸ ਵੈਲਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਡਿਫਰੈਂਟ ਸਾਈਜ਼ਿਸ ਦਾ ਜਿਹੜਾ ਸਾਡਾ ਡੀਐਨਏ ਆ ਉਹ ਇੱਥੇ ਆਪਾਂ ਪਾ ਦਿੰਦੇ ਹਾਂ। ਸੋ ਇਹ ਜਿਹੜਾ ਹੈਗਾ, ਇਸ ਨੂੰ ਇਸ ਦੇ ਨਾਲ ਆਪਾਂ ਇਸ ਨੂੰ ਕਨੈਕਟ ਕਰਦੇ ਹਾਂ। ਇੱਕ ਪਾਸੇ ਇਸ ਦੇ ਕੈਥੋਡ ਹੁੰਦਾ ਹੈ, ਕੈਥੋਡ, ਔਰ ਇੱਕ ਪਾਸੇ ਇਸ ਦੇ ਐਨੋਡ ਹੁੰਦਾ ਹੈ। ਕੈਥੋਡ ਇਜ਼ ਨੈਗੇਟਿਵਲੀ ਐਂਡ ਐਨੋਡ ਤੇ ਪੋਜ਼ਿਟਿਵ ਚਾਰਜ ਹੈ, ਠੀਕ ਹੈ। ਸੋ ਜੈਲ ਇਲੈਕਟ੍ਰੋਫੋਰੇਸਿਸ ਜਦੋਂ ਆਪਾਂ ਕਰਨਾ ਹੈ ਤਾਂ ਉਸ ਦੇ ਨਾਲ ਆਪਾਂ ਇੱਥੇ ਇਲੈਕਟ੍ਰਿਕ ਕਰੰਟ ਸਪਲਾਈ ਕਰ ਰਹੇ ਹਾਂ। ਤਾਂ ਉਸ ਦੇ ਨਾਲ ਕੀ ਹੋਏਗਾ ਕਿ ਡੀਐਨਏ ਕੀ ਹੈ, ਡੀਐਨਏ ਤੇ ਕੀ ਚਾਰਜ ਹੈ, ਡੀਐਨਏ ਇਜ਼ ਨੈਗੇਟਿਵਲੀ ਚਾਰਜ, ਔਰ ਡੀਐਨਏ ਨੂੰ ਆਪਾਂ ਇਸ ਵੈਲਸ ਤੇ ਪਾਤਾ। ਜਦੋਂ ਆਪਾਂ ਇਲੈਕਟ੍ਰਿਕ ਕਰੰਟ ਇੱਥੇ ਅਪਲਾਈ ਕਰਾਂਗੇ ਤਾਂ ਨੈਗੇਟਿਵਲੀ ਚਾਰਜ ਜਿਹੜੀ ਡੀਐਨਏ ਫਰੈਗਮੈਂਟਸ ਹੈ ਦੇ ਵਿਲ ਮੂਵ ਟੂਵਰਡਸ ਦਾ ਐਨੋਡ, ਰਾਈਟ। ਤਾਂ ਉਸ ਦੇ ਨਾਲ ਅਕੋਰਡਿੰਗ ਟੂ ਦੇਅਰ ਸਾਈਜ਼ਿਸ, ਕਿਉਂਕਿ ਡੀਐਨਏ ਦੀ ਫਰੈਗਮੈਂਟ ਸੈਪਰੇਟ ਹੋ ਰਹੀਆਂ ਔਨ ਦਾ ਬੇਸਿਸ ਆਫ ਦ ਸਾਈਜ਼ਿਸ, ਤਾਂ ਫਰੈਗਮੈਂਟਸ ਜੋ ਹੈ ਉਹ ਕੀ ਹੋਣਗੇ, ਉਹ ਸੈਪਰੇਟ ਹੋ ਜਾਣਗੇ। ਸੋ ਯੂ ਕੈਨ ਸੀ ਜਿਹੜੇ ਸਮੋਲਰ ਫਰੈਗਮੈਂਟਸ ਨੇ ਉਹ ਅੱਗੇ ਆਣਗੇ ਟੂਵਰਡਸ ਦਾ ਐਨੋਡ, ਔਰ ਜਿਹੜੇ ਬਿਗਰ ਫਰੈਗਮੈਂਟਸ ਨੇ ਉਹ ਪਿੱਛੇ ਰਹਿ ਜਾਣਗੇ। ਤਾਂ ਸ਼ਾਰਟਰ ਡੀਐਨਏ ਫਰੈਗਮੈਂਟਸ ਨੂੰ ਨੇ ਜਿਹੜੇ ਦੇ ਮੂਵ ਫਾਸਟਰ ਦੈਨ ਦਾ ਲੌਂਗਰ ਫਰੈਗਮੈਂਟਸ। ਸੋ ਡੀਐਨਏ ਜੋ ਹੈ ਦੈਟ ਇਜ਼ ਸੈਪਰੇਟਡ ਔਨ ਦਾ ਬੇਸਿਸ ਆਫ ਦੀ ਚਾਰਜਿਸ, ਰਾਈਟ। ਸੋ ਨੈਕਸਟ ਆ ਗਿਆ, ਹੁਣ ਆਪਾਂ ਡੀਐਨਏ ਦੀ ਫਰੈਗਮੈਂਟਸ ਨੂੰ ਸੈਪਰੇਟ ਕਰ ਲਿਆ ਸਟੂਡੈਂਟਸ। ਹੁਣ ਨੈਕਸਟ ਹੈਗਾ ਜੋ ਸਾਡੇ ਕੋਲ ਡੀਐਨਏ ਦੀ ਫਰੈਗਮੈਂਟਸ ਆਏ ਹਨ, ਸੋ ਇਹਨਾਂ ਨੂੰ ਹੁਣ ਅਸੀਂ ਇੱਕ ਕਿਉਂਕਿ ਇਹ ਜਿਹੜੀ ਫਰੈਗਮੈਂਟਸ ਹੈ ਬੱਚੇ ਇਹ ਮੂਵ ਕਰ ਰਹੇ ਨੇ, ਇਹ ਇੱਕ ਡਾਇਨੇਮਿਕ ਫੇਸ 'ਚ ਨੇ, ਸਟਿਲ ਨਹੀਂ ਹੈਗੇ। ਤਾਂ ਹੁਣ ਅਸੀਂ ਇਹਨਾਂ ਨੂੰ ਨੈਕਸਟ ਸਾਡੇ ਕੋਲ ਸਟੈਪ ਆਏਗਾ, ਜਿਹੜੀਆਂ ਡੀਐਨਏ ਫਰੈਗਮੈਂਟਸ ਨੇ ਇਹਨਾਂ ਨੂੰ ਅਸੀਂ ਇੱਕ ਨਾਈਟ੍ਰੋਸੈਲੂਲੋਜ਼ ਮੈਂਬਰੇਨ ਦੇ ਉੱਪਰ ਸ਼ਿਫਟ ਕਰ ਦਾਂਗੇ, ਠੀਕ ਹੈ। ਸੋ ਜਦੋਂ ਅਸੀਂ ਆਪਾਂ ਨੂੰ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਬਲੌਟ ਕਰਤਾ, ਦਿਸ ਇਜ਼ ਸਦਰਨ ਬਲੌਟਿੰਗ। ਸੋ ਦੇ ਆਰ ਟ੍ਰਾਂਸਫਰਡ ਔਨ ਦਾ ਨਾਈਲਨ sheet by placing the sheet on the gel and soaking them overnight by a process known as southern blot. So DNA fragments जो ने they are now blotted on nitrocellulose membrane. ठीक है। सो ਹੁਣ ਜਦੋਂ ਇਹ ਨਾਈਟ੍ਰੋਸੈਲੂਲੋਜ਼ ਮੈਂਬਰੇਨ ਤੇ ਆਪਾਂ ਇਹਨਾਂ ਨੂੰ ਪਾ ਦਾਂਗੇ, ਇਹਨਾਂ ਨੂੰ ਸ਼ਿਫਟ ਕਰ ਦਾਂਗੇ, ਤਾਂ ਦੇ ਵਿਲ ਫਾਰਮ ਦਾ ਕੈਮੀਕਲ ਬੌਂਡਸ ਵਿਦ ਨਾਈਟ੍ਰੋਸੈਲੂਲੋਜ਼ ਮੈਂਬਰੇਨ ਔਰ ਫਿਕਸ ਹੋ ਜਾਣਗੇ ਔਰ ਹੁਣ ਇਹ ਮੂਵ ਨਹੀਂ ਕਰਨਗੇ। ਨੈਕਸਟ ਹੁਣ ਕੀ ਹੋਇਆ ਬੱਚੇ, ਨੈਕਸਟ ਹੁਣ ਆਪਾਂ ਉਹਨਾਂ ਨੂੰ ਫਿਕਸ ਕਰਤਾ। ਤਾਂ ਡੀਐਨਏ ਫਰੈਗਮੈਂਟਸ ਨੂੰ ਜਦੋਂ ਆਪਾਂ ਬਲੌਟ ਕਰ ਦਿੰਦੇ ਹਾਂ ਤਾਂ ਡੀਐਨਏ ਫਰੈਗਮੈਂਟਸ ਦੇ ਆਰ ਵੈਰੀ ਸਮॉल, ਦੇ ਆਰ ਨਾਟ ਵਿਜ਼ੀਬਲ ਟੂ ਅਸ। ਹੁਣ ਇੱਥੇ ਇੱਕ ਬਹੁਤ ਹੀ ਇੰਪੋਰਟੈਂਟ ਪ੍ਰੋਸੈਸ ਆਪਾਂ ਕਰਨਾ ਹੈ। ਸੋ ਆਪਾਂ ਹੁਣ ਡੀਐਨਏ ਦੇ ਪ੍ਰੋਬਸ ਤਿਆਰ ਕਰਨੇ ਹੈ, ਰੇਡੀਓ ਐਕਟਿਵ ਪ੍ਰੋਬਸ ਆਪਾਂ ਕਿੱਦਾਂ ਕਵਾਂਗੇ, ਸਪੋਜ਼ ਕਰੋ ਡੀਐਨਏ ਦੀ ਜੋ ਫਰੈਗਮੈਂਟ ਹੈ ਉਹਦੇ ਤੇ ਸਾਡੇ ਬੇਸਿਸ ਹੈ ATGC, ਦਿਸ ਇਜ਼ ਦਾ ਬੇਸ। ਸੋ ਇਸ ਦੇ ਕੰਪਲੀਮੈਂਟਰੀ ਬੇਸ ਕੀ ਹੋਣਗੇ, TACNG। ਸੋ ਜੋ ਇਸ ਦੇ ਕੰਪਲੀਮੈਂਟਰੀ ਬੇਸ ਸੀਕੁਐਂਸਿਸ ਹੈ ਉਸ ਤੇ ਆਪਾਂ ਪ੍ਰੋਬਸ ਤਿਆਰ ਕਰਾਂਗੇ, ਰੇਡੀਓ ਐਕਟਿਵ ਔਰ ਕਲਰਫੁਲ ਪ੍ਰੋਬਸ ਬਣਾਵਾਂਗੇ ਟੂ ਦਾ ਨਾਈਲਨ ਸ਼ੀਟ ਵਿਚ ਇਜ਼ ਕੰਪਲੀਮੈਂਟਰੀ ਟੂ ਦਾ ਟਾਰਗੇਟ ਸੀਕੁਐਂਸ। ਟਾਰਗੇਟ ਸੀਕੁਐਂਸ ਕੀ ਹੈ, ਜੋ ਸਾਡੇ ਡੀਐਨਏਜ਼ ਹੈਗੇ ਹੈ, ਜੋ ਸਾਡੇ ਰਿਪੀਟਸ ਹੈਗੇ ਹੈ। ਸੋ ਉਹਨਾਂ ਨੂੰ ਆਈਡੈਂਟੀਫਾਈ ਕਰਨ ਵਾਸਤੇ, ਬਿਕੋਜ਼ ਦੇ ਆਰ ਵੈਰੀ ਸਮॉल, ਦੇ ਆਰ ਨਾਟ ਵਿਜ਼ੀਬਲ ਟੂ ਅਸ, ਸੋ what we do, we will prepare radioactive probes। radioactive probes ਕੀ ਨੇ, ਉਹ ਕੰਪਲੀਮੈਂਟਰੀ ਨੇ ਔਰ ਉੱਥੇ ਜਾ ਕੇ ਉਹ ਬੌਂਡ ਬਣਾ ਲੈਣਗੇ ਵਿਦ ਦਾ ਡੀਐਨਏ। ਸੋ ਡੀਐਨਏ ਪ੍ਰੋਬਸ ਜਿਹੜੇ ਨੇ ਉਹ ਰੇਡੀਓਐਕਟਿਵ ਹੁੰਦੇ ਨੇ ਔਰ ਉਹਨਾਂ ਨੂੰ ਆਪਾਂ ਈਜ਼ੀਲੀ ਡਿਟੈਕਟ ਕਰ ਸਕਦੇ ਹਾਂ ਵਿਦ ਦੀ ਹੈਲਪ ਆਫ ਆਟੋ ਰੇਡੀਓਗ੍ਰਾਫੀ। ਠੀਕ ਹੈ ਸਟੂਡੈਂਟਸ, ਇਹ ਤੁਹਾਨੂੰ ਸਮਝ ਆ ਗਿਆ। ਸੋ ਈਚ ਪ੍ਰੋਬ ਓਨਲੀ ਸਟਿਕਸ ਟੂ 1 or 2 ਸਪੈਸੀਫਿਕ ਪਲੇਸਿਸ ਔਨ ਦਾ ਸ਼ੀਟ। ਸੋ ਇਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਹਾਂ ਹਾਈਬ੍ਰਿਡਾਈਜੇਸ਼ਨ। ਸੋ ਵਾਟ ਇਜ਼ ਹਾਈਬ੍ਰਿਡਾਈਜੇਸ਼ਨ ਸਟੂਡੈਂਟਸ, ਜਦੋਂ ਡੀਐਨਏ ਪ੍ਰੋਬਸ ਆਪਾਂ ਐਡ ਕਰਦੇ ਨਾਈਟ੍ਰੋਸੈਲੂਲੋਜ਼ ਮੈਂਬਰੇਨ ਤੇ ਔਰ ਉਹਨਾਂ ਦੇ ਕੋਲ ਕੰਪਲੀਮੈਂਟਰੀ ਸੀਕੁਐਂਸ ਹੈ, ਜਿਹੜਾ ਉੱਥੇ ਡੀਐਨਏ ਹੈ ਉਹਦੇ ਨਾਲ ਉਹ ਬੌਂਡ ਬਣਾ ਲੈਣਗੇ, ਉਹਦੇ ਕੰਪਲੀਮੈਂਟਰੀ ਨੇ ਉਹ। ਸੋ ਉਹਦੇ ਨਾਲ ਜਦੋਂ ਇਕੱਠੇ ਹੋ ਗਏ ਜਾ ਕੇ, ਮੈਂ ਹੁਣੇ ਤੁਹਾਨੂੰ ਐਕਸਪਲੇਨ ਕੀਤਾ, ਸਪੋਜ਼ ਸਾਡੇ ਕੋਲ ਡੀਐਨਏ CCGG ਹੈ, ਤਾਂ ਇਸ ਦਾ ਕੰਪਲੀਮੈਂਟਰੀ ਕੀ ਹੋਏਗਾ, GGCC। ਸੋ ਇਹ ਜਾ ਕੇ ਇਹ ਜਿਹੜੇ ਦੋਨੋਂ ਜਾ ਕੇ ਉੱਥੇ ਬੌਂਡਸ ਬਣ ਗਏ, ਇੱਕ ਹਾਈਬ੍ਰਿਡ ਬਣ ਗਿਆ ਐਂਡ ਦਿਸ ਪ੍ਰੋਸੈਸ is known as hybridization. So ਇਹ ਜਿਹੜੀ complementary sequence ਹੈ which is located on the nylon membrane for detection of position of later, ਇਸ membrane ਨੂੰ ਅਸੀਂ wash ਕਰਕੇ remove ਕਰ ਸਕਦੇ ਹਾਂ non specific bindings and clearing of the background. So ਇਸ process ਨੂੰ students ਅਸੀਂ ਬੋਲਦੇ ਹਾਂ hybridization. So ਇਸ ਦੇ ਵਿੱਚ DNA probes ਜਿਹੜੇ ਨੇ ਉਹਨਾਂ ਨੇ bonds ਬਣਾ ਲਏ with the DNA fragments. So students, don't you think it is very interesting process?
ਨਾਓ ਨੈਕਸਟ ਇਜ਼ ਆਟੋ ਰੇਡੀਓਗ੍ਰਾਫੀ। ਹੁਣ ਜਿਹੜੇ DNA ਦੇ ਫਰੈਗਮੈਂਟ ਸਾਨੂੰ ਵਿਜ਼ੀਬਲ ਨਹੀਂ ਸੀ, ਹੁਣ ਆਪਾਂ ਰੇਡੀਓ ਐਕਟਿਵ ਪ੍ਰੋਬਸ ਉਹਦੇ ਨਾਲ ਅਟੈਚ ਕਰਤੇ ਤਾਂ ਸਾਨੂੰ ਵਿਜ਼ੀਬਲ ਹੋ ਜਾਏ। ਤਾਂ ਉਸ ਨੂੰ ਦੇਖਣ ਵਾਸਤੇ ਸਟੂਡੈਂਟਸ ਹੁਣ ਕੀ ਹੁੰਦਾ ਹੈ, ਟੂ ਡਿਟੈਕਟ ਦ ਸੀਕੁਐਂਸ ਇਨ ਦ ਜੀਨੋਮ ਬਾਉਂਡ ਵਿਦ ਹਾਈਬ੍ਰਿਡਾਈਜ਼ਡ ਰੇਡੀਓ ਐਕਟਿਵ ਪ੍ਰੋਬਸ ਔਨ ਦ ਮੈਂਬਰੇਨ। ਸੋ ਉਸ ਦੇ ਵਾਸਤੇ ਆਪਾਂ ਇੱਕ ਟੈਕਨੀਕ ਯੂਜ਼ ਕਰਦੇ ਹਾਂ, ਦੈਟ ਇਜ਼ ਨੋਨ ਐਜ਼ ਐਕਸ-ਰੇਜ਼। ਸੋ ਉਸ ਦੇ ਉੱਪਰ ਹੁਣ ਵੀ ਫਾਲ ਐਕਸ-ਰੇਜ਼ ਔਨ ਦੈਮ। ਸੋ ਜਦੋਂ ਅਸੀਂ ਉਹਨੂੰ ਐਕਸ-ਰੇਜ਼ ਦਿੰਦੇ ਹਾਂ ਤਾਂ ਜਿੱਥੇ ਜਿੱਥੇ ਸਟੂਡੈਂਟਸ ਰੇਡੀਓ ਐਕਟਿਵ ਪ੍ਰੋਬਸ ਹੈਗਾ ਉੱਥੇ ਸਾਨੂੰ ਇਸ ਤਰ੍ਹਾਂ ਦੀ ਸ਼ਾਈਨਿੰਗ ਲਾਈਨਸ ਜਿਹੜੀਆਂ ਹੈ ਉਹ ਨਜ਼ਰ ਆਉਂਦੀਆਂ ਨੇ। ਠੀਕ ਹੈ, ਐਕਸ-ਰੇ ਫਿਲਮ ਜਿਹੜੀ ਹੈ ਆਫਟਰ ਇਸ ਡਿਵੈਲਪਮੈਂਟ, ਐਕਸ-ਰੇ ਨੂੰ ਆਪਾਂ ਡਿਵੈਲਪ ਕਰਾਂਗੇ ਤਾਂ ਸਾਨੂੰ ਇਸ ਤਰ੍ਹਾਂ ਦੇ ਮਲਟੀਪਲ ਬੈਂਡਸ ਨਜ਼ਰ ਆ ਰਹੇ ਨੇ, ਬਾਰ ਕੋਡਸ ਦੀ ਤਰ੍ਹਾਂ ਨਜ਼ਰ ਆ ਰਹੇ ਨੇ, ਔਰ ਇਹਨਾਂ ਬੈਂਡਸ ਨੂੰ ਅਸੀਂ ਬੋਲਦੇ ਹਾਂ DNA ਫਿੰਗਰਪ੍ਰਿੰਟਸ। ਸੋ ਇਹ ਐਕਚੁਅਲੀ ਹੁਣ ਸਾਡੇ ਕੀ ਆਏ ਨੇ, ਵੀ ਗੈਟ ਦੀਜ਼ ਆਰ DNA ਫਿੰਗਰਪ੍ਰਿੰਟਸ, ਰਾਈਟ। ਸੋ ਇਹ DNA ਫਿੰਗਰਪ੍ਰਿੰਟਸ ਆ ਗਏ। ਇਸ ਦੇ ਨਾਲ ਬੈਂਡ ਪੈਟਰਨ ਜੋ ਹੈ ਉਸ ਨੂੰ ਅਸੀਂ ਇੰਟਰਪ੍ਰੈਟ ਕਰ ਸਕਦੇ ਹਾਂ, ਐਨਾਲਾਈਜ਼ ਕਰ ਸਕਦੇ ਹਾਂ, ਡਿਫਰੈਂਟ ਇੰਡੀਵਿਜੂਅਲਸ ਦੇ ਡਿਫਰੈਂਟ ਬੈਂਡ ਪੈਟਰਨਸ ਬਣਨਗੇ। ਸੋ ਸਾਡੇ ਕੋਲ ਕੰਪਿਊਟਰ ਸੌਫਟਵੇਅਰ ਅਵੇਲੇਬਲ ਹੈ, ਉਸ ਦੇ ਨਾਲ ਅਸੀਂ ਇਹ DNA ਫਿੰਗਰਪ੍ਰਿੰਟਸ ਨੂੰ ਐਨਾਲਾਈਜ਼ ਕਰ ਸਕਦੇ ਹਾਂ। ਸੋ ਸਟੂਡੈਂਟ, ਇੱਥੇ ਮੈਂ ਇੱਕ ਪਿਕਚਰ ਲਈ ਹੈ ਤੁਹਾਨੂੰ ਇੱਕ ਥੋੜ੍ਹਾ ਜਿਹਾ ਹੋਰ ਇੰਟਰਸਟਿੰਗ ਬਣਾਉਣ ਵਾਸਤੇ। ਜਿਵੇਂ ਸਪੋਜ਼ ਕਰੋ ਸਟੂਡੈਂਟ ਇਹ ਇੱਕ ਵਿਕਟਿਮ ਹੈ, ਕਿਸੇ ਦਾ ਮਰਡਰ ਹੋਇਆ, ਇਹ ਵਿਕਟਿਮ ਹੈ, ਇਹ ਉਸਦੇ DNA ਦੇ ਬੈਂਡਸ ਆਏ ਨੇ, ਔਰ ਇਹ ਅਸੀਂ ਇੱਕ ਕ੍ਰਾਈਮ ਸਾਈਟ ਤੋਂ ਅਸੀਂ ਇੱਕ ਸੈਂਪਲ ਲਿਆ ਜਿਸ ਦੇ ਜੋ ਸਾਨੂੰ ਕਿਤੇ ਵੀ ਕੋਈ ਮਰਡਰ ਹੋਇਆ ਤਾਂ ਉੱਥੋਂ ਇੱਕ ਸੈਂਪਲ ਸਾਨੂੰ ਮਿਲਿਆ, ਬਲੱਡ ਸੈਂਪਲ, ਤਾਂ ਉਸ ਦਾ DNA ਫਿੰਗਰਪ੍ਰਿੰਟ ਇਸ ਤਰ੍ਹਾਂ ਦਾ ਆਇਆ। ਔਰ ਨੈਕਸਟ ਜਿਹੜਾ ਹੈਗਾ ਸਸਪੈਕਟ, ਇਹ ਜਿਹੜਾ ਪਰਸਨ ਸੀਗਾ ਇਸ 'ਤੇ ਸਾਨੂੰ ਸ਼ੱਕ ਸੀਗਾ ਕਿ ਸਪੋਜ਼ ਕਰੋ ਕਿ ਇਸ ਬੰਦੇ ਦਾ ਮਰਡਰ ਹੋਇਆ ਅਤੇ ਇਸ ਬੰਦੇ 'ਤੇ ਸਾਨੂੰ ਸ਼ੱਕ ਹੈਗਾ, ਸਸਪੈਕਟ ਹੈਗਾ। ਤਾਂ ਜਦੋਂ ਇਸ ਦਾ ਬਲੱਡ ਲਿਆ ਗਿਆ ਉਸ ਦੇ ਵਿੱਚੋਂ DNA ਦਾ ਫਿੰਗਰਪ੍ਰਿੰਟ ਬਣਾਇਆ ਗਿਆ, ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜਾ ਬਲੱਡ ਸੈਂਪਲ ਮਿਲਿਆ ਸਾਨੂੰ ਕ੍ਰਾਈਮ ਸਾਈਟ 'ਤੇ ਔਰ ਉਸ ਦੇ ਨਾਲ ਇਸ ਬੰਦੇ ਦਾ ਫਿੰਗਰਪ੍ਰਿੰਟਸ ਜਿਹੜੇ ਨੇ ਉਹ ਮੈਚ ਹੋ ਰਹੇ ਨੇ। ਤਾਂ ਇਹ ਬੰਦਾ ਸ਼ੱਕ ਦੇ ਘੇਰੇ ਵਿੱਚ ਆ ਸਕਦਾ ਹੈ ਕਿ ਹੋ ਸਕਦਾ ਹੈ ਇਹ ਜਿਹੜੀ ਕ੍ਰਾਈਮ ਸਾਈਟ ਦੇ ਉੱਪਰ ਇਹ ਬੰਦਾ ਉਸ ਸਮੇਂ ਪ੍ਰੈਜ਼ੈਂਟ ਸੀਗਾ। ਤਾਂ ਇਸ ਦੇ ਨਾਲ ਇਹ ਬੰਦਾ ਅੱਗੇ ਉਹਦੀ ਫਰਦਰ ਪ੍ਰੋਸੀਡਿੰਗਸ ਹੋਣਗੀਆਂ। ਇਹਦਾ ਮਤਲਬ ਇਹ ਨਹੀਂ ਹੈ ਕਿ 100% ਇਸੇ ਨੇ ਹੀ ਕ੍ਰਾਈਮ ਕੀਤਾ ਹੈ, ਬਟ ਇਹ ਬੰਦਾ ਸ਼ੱਕ ਦੇ ਘੇਰੇ ਵਿੱਚ ਆ ਜਾਏਗਾ ਔਰ ਫਰਦਰ ਇਨਵੈਸਟੀਗੇਸ਼ਨ ਦੇ ਨਾਲ ਆਪਾਂ ਜਿਹੜਾ ਹੈ ਕ੍ਰਾਈਮ ਇਸਨੇ ਕੀਤਾ ਹੈ ਜਾਂ ਨਹੀਂ ਕੀਤਾ ਉਹ ਆਪਾਂ CBI ਸਾਰੀ ਪੂਰੀ ਇਨਵੈਸਟੀਗੇਸ਼ਨ ਕਰੇਗੀ। ਨੈਕਸਟ, ਸੋ ਬੱਚੇ ਇਹ ਸਾਡਾ ਪੂਰਾ ਪ੍ਰੋਸੈਸ ਸੀਗਾ DNA ਫਿੰਗਰਪ੍ਰਿੰਟਿੰਗ ਦਾ। ਆਈ ਥਿੰਕ ਤੁਹਾਨੂੰ ਇਹ ਬਿਲਕੁਲ ਕਲੀਅਰ ਹੋ ਜਾਏਗਾ। ਇੱਥੇ ਇੱਕ ਫਲੋ ਚਾਰਟ ਹੈ। ਸੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਬਾਇਓਲੋਜੀਕਲ ਮਟੀਰੀਅਲ ਲਿਆ, ਆਪਾਂ DNA ਨੂੰ ਐਕਸਟਰੈਕਟ ਕੀਤਾ, ਫਿਰ ਆਪਾਂ ਆਪਣੀ ਮੋਲੀਕੂਲਰ ਸੀਜ਼ਰ ਯੂਜ਼ ਕੀਤੀ, ਦੈਟ ਇਜ਼ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ। ਉਸ ਦੇ ਨਾਲ DNA ਦੇ ਫਰੈਗਮੈਂਟਸ ਹੋ ਗਏ। ਦੈਨ ਆਪਾਂ ਜੈਲ ਇਲੈਕਟ੍ਰੋਫੋਰੇਸਿਸ ਕੀਤਾ, ਔਨ ਦਾ ਬੇਸਿਸ ਆਫ देयर ਸਾਈਜ਼ DNA ਫਰੈਗਮੈਂਟਸ ਮੂਵ ਕਰਨਗੇ ਟੂਵਰਡਸ ਐਨੋਡ ਬਿਕੋਜ਼ ਦੇ ਆਰ ਨੈਗੇਟਿਵਲੀ ਚਾਰਜ। ਦੈਨ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਨਾਈਟ੍ਰੋਸੈਲੂਲੋਜ਼ ਮੈਂਬਰੇਨ 'ਤੇ ਸ਼ਿਫਟ ਕੀਤਾ। ਦੈਨ ਹਾਈਬ੍ਰਿਡਾਈਜੇਸ਼ਨ ਵਿਚ ਇਜ਼ ਅ ਵੈਰੀ ਇੰਪੋਰਟੈਂਟ ਪ੍ਰੋਸੈਸ, ਔਰ ਇੱਥੇ ਆਪਾਂ DNA ਪ੍ਰੋਬਸ ਬਣਾਏ ਜੋ ਕਿ ਰੇਡੀਓ ਐਕਟਿਵ ਸੀਗੇ। ਕੰਪਲੀਮੈਂਟਰੀ ਪੇਅਰਿੰਗ ਕੀਤੀ ਇਹਨਾਂ ਨੇ DNA ਦੇ ਨਾਲ, ਔਰ ਪ੍ਰੋਬਸ ਨੂੰ ਆਪਾਂ ਐਕਸ-ਰੇ ਫਿਲਮ ਨੂੰ ਉਸ ਨੂੰ ਐਕਸ-ਰੇ ਫਾਲ ਕੀਤਾ ਉਹਦੇ 'ਤੇ, ਔਰ ਐਕਸ-ਰੇ ਫਿਲਮ ਨੂੰ ਜਦੋਂ ਆਪਾਂ ਡਿਵੈਲਪ ਕੀਤਾ ਤਾਂ ਵਾਟ ਵੀ ਗੈਟ ਇਜ਼ DNA ਫਿੰਗਰਪ੍ਰਿੰਟਸ। ਓਕੇ, ਸੋ ਵਾਟ ਆਰ ਦ ਯੂਜ਼ਸ? ਆਈ ਥਿੰਕ ਮੈਂ ਤੁਹਾਨੂੰ ਕਾਫੀ ਯੂਜ਼ਸ ਇਹਦੇ ਆਲਰੇਡੀ ਐਕਸਪਲੇਨ ਕਰ ਚੁੱਕੀ ਹਾਂ। ਸੋ ਕੋਈ ਵੀ ਕ੍ਰਾਈਮ ਹੈ, ਕੋਈ ਫੋਰੈਂਸਿਕ ਸਾਇੰਸਿਸ ਜਿਹੜੀ ਹੁੰਦੀ ਹੈ, ਸੋ ਉਸ ਨੂੰ ਆਪਾਂ ਯੂਜ਼ ਕਰਦੇ ਹਾਂ, ਆਫ ਸਾਇੰਟੀਫਿਕ ਨੌਲੇਜ ਆਪਾਂ ਯੂਜ਼ ਕਰ ਰਹੇ ਹਾਂ ਕਿਸੇ ਵੀ ਲੀਗਲ ਸਿਚੁਏਸ਼ਨ ਨੂੰ ਟੈਕਲ ਕਰਨ ਵਾਸਤੇ। ਹਰ ਪਰਸਨ ਦਾ DNA ਬਹੁਤ ਜ਼ਿਆਦਾ ਸਪੈਸੀਫਿਕ ਹੈ। ਕਿਸੇ ਵੀ ਦੋ ਪਰਸਨ ਦਾ DNA ਜੋ ਹੈ ਉਹ ਸੇਮ ਨਹੀਂ ਹੁੰਦਾ ਐਕਸੈਪਟ ਫॉर ਆਈਡੈਂਟੀਕਲ ਟਵਿਨਸ। ਸੋ ਕਿਸੇ ਦੇ ਜਿਹੜੇ ਚਾਂਸਿਸ ਨੇ ਕਿ ਸੇਮ DNA ਪ੍ਰੋਫਾਈਲ ਆਏਗਾ 30,000 ਮਿਲੀਅਨਸ ਦੇ ਇੱਕ ਜਿਹੜਾ ਬੰਦਾ ਹੈ 30,000 ਮਿਲੀਅਨਸ ਦੇ ਵਿੱਚੋਂ ਸਿਰਫ ਇੱਕ ਬੰਦਾ ਹੋਏਗਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦਾ DNA ਜੋ ਹੈ ਉਹ ਸੇਮ ਆ ਰਿਹਾ ਹੈਗਾ। ਸੋ ਪੈਟਰਨ ਆਫ DNA ਜਿਹੜਾ ਪੈਟਰਨ ਆਫ DNA ਪ੍ਰੋਫਾਈਲ ਇਜ਼ ਦੈਨ ਕੰਪੇਅਰਡ ਵਿਦ ਦੋਜ਼ ਆਫ ਦਾ ਵਿਕਟਿਮ। ਸੋ ਆਪਾਂ ਵਿਕਟਿਮ ਦੇ ਨਾਲ ਉਹਨੂੰ ਮੈਚ ਕਰਕੇ ਆਪਾਂ ਆਪਣੀ ਜਿਹੜੀ ਇਨਵੈਸਟੀਗੇਸ਼ਨ ਫਰਦਰ ਕਰ ਸਕਦੇ ਹਾਂ। ਅਗਰ ਪ੍ਰੋਫਾਈਲ ਮੈਚ ਹੋ ਗਿਆ ਤਾਂ ਇੱਕ ਸਟਰੋਂਗ ਐਵੀਡੈਂਸ ਬਣ ਜਾਏਗਾ ਕਿ ਸਸਪੈਕਟ ਪ੍ਰੈਜ਼ੈਂਟ ਹੈ। ਹੁਣੇ ਮੈਂ ਤੁਹਾਨੂੰ ਐਕਸਪਲੇਨ ਕੀਤਾ ਕਿ ਜਦੋਂ ਆਪਣੇ DNA ਫਿੰਗਰਪ੍ਰਿੰਟਸ ਮੈਚ ਹੋ ਗਏ ਤਾਂ ਇਹ ਆਪਾਂ ਨੂੰ ਇਹ ਇੱਕ ਐਵੀਡੈਂਸ ਬਣ ਗਿਆ ਕਿ ਉਸ ਜਦੋਂ ਉਹ ਕੋਈ ਘਟਨਾ ਹੋਈ ਹੈ ਉੱਥੇ ਉਹ ਸਸਪੈਕਟ ਪ੍ਰੈਜ਼ੈਂਟ ਸੀ, ਬਟ ਇਹਦੇ ਨਾਲ ਇਹ ਪ੍ਰੂਵ ਨਹੀਂ ਹੋਏਗਾ ਕਿ ਉਸਨੇ ਕ੍ਰਾਈਮ ਵੀ ਕੀਤਾ। ਸੋ ਉਹਦੇ ਵਾਸਤੇ ਸਾਨੂੰ ਹੋਰ ਫਰਦਰ ਇਨਵੈਸਟੀਗੇਸ਼ਨ ਕਰਨੀਆਂ ਪੈਣਗੀਆਂ। ਤਾਂ ਠੀਕ ਹੈ, ਅਗਰ ਉਹ ਪ੍ਰੈਜ਼ੈਂਟ ਹੈ ਉੱਥੇ ਬਟ ਉਸ ਦਾ DNA ਮੈਚ ਨਹੀਂ ਹੋਇਆ ਤਾਂ ਉਹ ਪਰਸਨ ਜੋ ਹੈ ਉਹਦੇ ਅਗੇਂਸਟ ਕੋਈ ਵੀ ਲੀਗਲ ਇਨਕੁਆਇਰੀ ਨਹੀਂ ਹੋਏਗੀ ਔਰ ਉਸਨੂੰ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਤੋਂ ਐਲੀਮੀਨੇਟ ਕਰ ਦਿੱਤਾ ਜਾਏਗਾ।
नेक्स्ट सो एप्लीकेशंस हैं, बहुत सारी एप्लीकेशंस हैं, हेल्थ केयर रिसर्च यूज़ हो रही है, जस्टिस सिस्टम 'ਚ यूज़ हो रही है। ਇਫੈਕਟਿਵਲੀ ਅਸੀਂ ਬੱਚੇ ਨੂੰ ਫੋਰੈਂਸਿਕਸ ਦੇ ਵਿੱਚ ਯੂਜ਼ ਕਰਦੇ ਹਾਂ ਟੂ ਆਇਡੈਂਟੀਫਾਈ ਔਰ ਟੂ ਮੈਚ ਦਾ DNA ਆਫ ਸਸਪੈਕਟਿਡ ਇੰਡੀਵਿਜੂਅਲ ਇਨ ਦਾ ਕ੍ਰਾਈਮ ਕੇਸਿਸ। ਕੋਈ ਮਰਡਰ ਕੇਸ ਨੂੰ ਅਸੀਂ ਸੌਰਟ ਕਰਨਾ ਹੈ, ਕੋਈ ਰੇਪ ਹੋ ਗਿਆ, ਜਾਂ ਪੈਟਰਨਿਟੀ ਇਸ਼ੂਜ਼ ਵੀ ਹੁੰਦੇ ਹੈ, ਇਮੀਗ੍ਰੇਸ਼ਨ ਡਿਸਪਿਊਟਸ ਹੁੰਦੇ ਹੈ, ਪੈਟਰਨਿਟੀ ਹੁੰਦੇ ਹੈ। ਸਪੋਜ਼ ਬੱਚੇ ਕੋਈ ਬੱਚਾ ਹੈਗਾ, ਉਸ ਦੇ ਪੇਰੈਂਟਸ ਨੂੰ ਲੈ ਕੇ, ਜਾਂ ਕੋਈ ਉਸ ਦੀ ਮਦਰ ਹੈ ਔਰ ਉਹ ਕੋਈ ਪਰਸਨ ਹੈਗਾ, ਉਹ ਕਹਿ ਰਿਹਾ ਅਗਰ ਉਹ ਕਹਿੰਦੀ ਹੈ ਕਿ ਇਹ ਪਰਸਨ ਇਹਦਾ ਫਾਦਰ ਨਹੀਂ, ਜਾਂ ਉਹ ਫਾਦਰ ਰਿਫਿਊਜ਼ ਕਰਦਾ ਹੈ ਕਿ ਇਹ ਬੱਚਾ ਮੇਰਾ ਨਹੀਂ ਹੈ। ਸੋ ਇਸ ਤਰ੍ਹਾਂ ਦੇ ਪੈਟਰਨਿਟੀ ਡਿਸਪਿਊਟਸ ਹੁੰਦੇ ਨੇ, ਇਹਨਾਂ ਨੂੰ ਵੀ ਸੌਰਟ ਕਰਨ ਵਾਸਤੇ ਆਪਾਂ DNA ਫਿੰਗਰ ਪ੍ਰਿੰਟਿੰਗ ਯੂਜ਼ ਕਰ ਸਕਦੇ ਹਾਂ। ਇਸ ਦਾ ਇੱਕ ਬਹੁਤ ਬਿਊਟੀਫੁਲ ਐਗਜ਼ਾਮਪਲ ਬੱਚੇ ਮੈਂ ਇੱਥੇ ਲਿਆ ਹੈਗਾ। ਜਿਵੇਂ ਸਪੋਜ਼ ਕਿ ਇੱਕ ਮਦਰ ਹੈ, ਇਹ ਮਦਰ ਦਾ DNA ਫਿੰਗਰ ਪ੍ਰਿੰਟਿੰਗ ਹੈ ਔਰ ਉਸ ਦਾ ਜਿਹੜਾ ਬੱਚਾ ਹੈ ਉਹ ਉਸ ਦੇ DNA ਫਿੰਗਰ ਪ੍ਰਿੰਟਸ ਹੈਗੇ। ਠੀਕ ਹੈ, ਇਹ ਮਦਰ ਹੈ ਔਰ ਇਹ ਚਾਈਲਡ ਹੈ। ਸੋ ਇਸ ਤੇ ਇਹ ਮਦਰ ਜਿਹੜੀ ਹੈ, ਇਸ ਬੱਚੇ ਦੇ ਕੁਝ ਪੇਰੈਂਟਲ ਡਿਸਪਿਊਟ ਨੇ, ਕਿਉਂਕਿ ਇਹ ਮਦਰ ਜਿਹੜੀ ਹੈ ਇਸ ਦੇ ਫਾਦਰ ਨੂੰ ਲੈ ਕੇ, ਕਿ ਜਿਵੇਂ ਇੱਕ ਫਾਦਰ 1 ਹੈ, ਉਹ ਕਹਿ ਰਿਹਾ ਕਿ ਮੇਰਾ ਬੱਚਾ ਹੈ, ਫਾਦਰ 2 ਕਹਿੰਦਾ ਨਹੀਂ ਇਹ ਮੇਰਾ ਬੱਚਾ ਹੈ, ਫਾਦਰ 3 ਕਹਿੰਦਾ ਕਿ ਮੇਰਾ ਬੱਚਾ ਹੈ। ਤਾਂ ਇਸ ਤਰ੍ਹਾਂ ਦੇ ਕਈ ਵਾਰੀ ਡਿਸਪਿਊਟ ਹੋ ਜਾਂਦੇ ਨੇ, ਜਾਂ ਕੋਈ ਪਰਸਨ ਅਸੈਪਟ ਨਹੀਂ ਕਰਦਾ ਕਿ ਇਹ ਮੇਰਾ ਬੱਚਾ ਹੈ। ਠੀਕ ਹੈ, ਸੋ ਕਈ ਵਾਰੀ ਕੋਈ ਫੈਮਿਲੀ ਜੋ ਹੁੰਦੀ ਹੈ ਉਹਨਾਂ ਕੋਲ ਬਹੁਤ ਫਾਈਨੈਂਸ਼ੀਅਲ ਪ੍ਰੋਪਰਟੀ ਹੈ, ਤਾਂ ਉਸ ਦੇ ਵਿੱਚ ਉਸ ਦਾ ਲੀਗਲ ਕਲੇਮ ਕਰਨ ਵਾਸਤੇ ਲੋਕੀ ਝੂਠੇ ਹੀ ਕਹਿ ਦਿੰਦੇ ਆ ਕਿ ਅਸੀਂ ਇਸ ਦੇ ਨਾਲ ਬਾਇਓਲੋਜੀਕਲੀ ਰਿਲੇਟਿਡ ਹੈਗੇ ਆ। ਸੋ ਇਸ ਤਰ੍ਹਾਂ ਦੇ ਪੈਟਰਨਿਟੀ ਡਿਸਪਿਊਟ ਨੂੰ ਸੋਲਵ ਕਰਨ ਵਾਸਤੇ DNA ਫਿੰਗਰ ਪ੍ਰਿੰਟਿੰਗ ਟੈਕਨੀਕ ਯੂਜ਼ ਹੋ ਰਿਹਾ ਹੈ। ਸੋ ਇਸ ਕੇਸ ਦੇ ਵਿੱਚ ਜੋ ਮੈਂ ਪਾਰਟਿਕੂਲਰਲੀ ਐਗਜ਼ਾਮਪਲ ਲਿਆ, ਅਗਰ ਆਪ ਤੁਸੀਂ ਨੰਬਰ 3 ਦੇਖਦੇ ਹੋ ਤਾਂ ਨੰਬਰ 3 ਦੇ ਜਿਹੜੇ DNA ਫਿੰਗਰ ਪ੍ਰਿੰਟਸ ਨੇ ਉਹ ਬਿਲਕੁਲ ਚਾਈਲਡ ਨਾਲ ਮੈਚ ਨਹੀਂ ਹੋ ਰਹੇ, ਨੰਬਰ 2 ਦੇ ਵੀ ਨਹੀਂ ਮੈਚ ਹੋ ਰਹੇ। ਬਟ ਅਗਰ ਤੁਸੀਂ ਨੰਬਰ 1 ਫਸਟ ਫਾਦਰ ਦਾ ਕੇਸ ਦੇਖਦੇ ਹੋ ਸਟੂਡੈਂਟਸ, ਤਾਂ ਇਹ ਜਿਹੜੇ ਫਸਟ ਕੇਸ ਹੈ ਚਾਈਲਡ ਐਂਡ ਫਾਦਰ, ਇਹਨਾਂ ਦੇ ਆਪਸ ਦੇ ਵਿੱਚ DNA ਫਿੰਗਰ ਪ੍ਰਿੰਟਸ ਜੋ ਹੈ ਉਹ ਮੈਚ ਹੋ ਰਹੇ ਹੈ। ਸੋ ਇਸ ਤਰ੍ਹਾਂ ਦੀ ਪ੍ਰੋਬਲਮ ਨੂੰ, ਪੈਟਰਨਿਟੀ ਨੂੰ ਆਪਾਂ ਸੋਲਵ ਕਰ ਸਕਦੇ ਹਾਂ ਕਿ ਪਰਸਨ 1 ਇਜ਼ ਲਾਈਕਲੀ ਟੂ ਬੀ ਦਾ ਫਾਦਰ ਆਫ ਦਾ ਚਾਈਲਡ। ਸੋ ਦੈਟਸ ਵਾਈ ਦਿਸ ਟੈਕਨੀਕ ਜਿਹੜੀ ਹੈ ਇਹ ਬਹੁਤ ਯੂਜ਼ਫੁਲ ਟੈਕਨੀਕ ਹੈ ਸਟੂਡੈਂਟਸ। ਔਰ ਇੰਡੀਆ ਦੇ ਵਿੱਚ ਇਹ ਟੈਕਨੀਕ ਜਿਹੜੀ ਹੈ ਇਹ ਆਪਣਾ V.V. ਕੈਸ਼ਪ ਔਰ ਪ੍ਰੋਫੈਸਰ ਲਾਲ ਜੀ, ਸੋ ਪ੍ਰੋਫੈਸਰ ਲਾਲ ਜੀ ਨੂੰ ਅਸੀਂ ਫਾਦਰ ਆਫ DNA ਫਿੰਗਰ ਪ੍ਰਿੰਟਿੰਗ ਇੰਡੀਆ ਦੇ ਵਿੱਚ ਬੋਲਦੇ ਹਾਂ, ਕਿ ਫਾਦਰ ਆਫ DNA ਫਿੰਗਰ ਪ੍ਰਿੰਟਿੰਗ ਇਨ ਇੰਡੀਆ। ਸੋ ਇਹਨਾਂ ਨੇ ਵੀ ਕਈ ਕ੍ਰਿਮੀਨਲ ਕੇਸਿਸ ਜਿਹੜੇ ਸੀਗੇ, ਇੱਕ ਪੈਟਰਨਿਟੀ ਡਿਸਪਿਊਟ ਹੀ ਸੀਗਾ, ਉਸ ਨੂੰ ਸੋਲਵ ਕੀਤਾ। ਔਰ CCMB ਜਿਹੜੀ ਹੈ ਇੱਕ ਲੈਬ ਹੈ, CCMB, ਇਸ ਦਾ ਫੁੱਲ ਫਾਰਮ ਤੁਹਾਨੂੰ ਆਉਣਾ ਚਾਹੀਦਾ ਹੈ। ਦੈਟ ਇਜ਼ ਇਟ ਇਜ਼ ਅ ਸੈਂਟਰ ਫॉर ਸੈੱਲ ਐਂਡ ਮੋਲੀਕੂਲਰ ਬਾਇਓਲੋਜੀ, ਦੈਟ ਇਜ਼ ਇਨ ਹੈਦਰਾਬਾਦ। ਸੋ ਇੱਕ ਫੋਰੈਂਸਿਕ ਲੈਬ ਹੈ ਜਿੱਥੇ ਕਿ ਆਪਾਂ ਇਹ ਜਿਹੜੇ ਫਿੰਗਰ ਪ੍ਰਿੰਟਿੰਗ ਨੂੰ ਆਪਾਂ ਯੂਜ਼ ਕੀਤਾ, ਔਰ ਆਪਾਂ ਇਸ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਹੈ ਜਾਂ ਕੋਈ ਪੈਰੈਂਟਲ ਡਿਸਪਿਊਟਸ ਹੈਗੇ ਆ, ਉਹ ਉੱਥੇ ਆਪਾਂ ਸੈੱਟ ਕਰ ਸਕਦੇ ਹਾਂ। ਸੋ ਫਾਦਰ ਆਫ DNA ਫਿੰਗਰ ਪ੍ਰਿੰਟਿੰਗ ਕੌਣ ਸੀਗਾ? ਦੈਟ ਵਾਜ਼ ਜੈਫਰੀ। एंड बट फादर ऑफ फिंगरप्रिंटिंग इन इंडिया कौन है? दैट इज़ V.K. Kashyap एंड प्रोफेसर लाल जी। ठीक है स्टूडेंट्स, सो दैट्स ऑल स्टूडेंट्स, थैंक यू वेरी मच फॉर वॉचिंग टूडेज लेक्चर। ਅੱਜ ਦੇ ਇਸ ਲੈਕਚਰ ਦੇ ਨਾਲ ਸਾਡਾ ਚੈਪਟਰ 6 ਮੋਲੀਕੂਲਰ ਬੇਸਿਸ ਆਫ ਇਨਹੈਰੀਟੈਂਸ ਖਤਮ ਹੁੰਦਾ ਹੈ। ਸੋ ਆਪਣੇ ਨੈਕਸਟ ਲੈਕਚਰ ਦੇ ਵਿੱਚ ਵੀ ਵਿਲ ਸਟਾਰਟ ਦ ਨਿਊ ਟੌਪਿਕ, ਦੈਟ ਇਜ਼ ਐਵੋਲਿਊਸ਼ਨ। ਟਿਲ ਦੈਨ, ਗੁੱਡ ਬਾਏ ਸਟੂਡੈਂਟਸ, ਥੈਂਕ ਯੂ ਸੋ ਮਚ।